ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਮੱਖੀ ਮਾਰ ਨਾਲ ਮੱਛਰ ਨਹੀਂ ਮਰਦਾ। ਤੰਗ ਕਰਨ ਵਾਲੀ ਇਕੱਲੀ ਮੱਖੀ ਨਾਲ ਗੁੱਸੇ ਹੋ ਕੇ ਉਸ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਧੀਰਜ ਪਰਖਣ ਲਈ ਇੱਕ ਮੱਖੀ ਹੀ ਕਾਫੀ ਹੁੰਦੀ ਹੈ। ਰਾਖਵੇਂਪਣ ਦੀ ਨੀਤੀ ਵਾਸਤਵ ਵਿੱਚ ਪਿਛਲ ਪੈਰੀ ਦੌੜ ਹੁੰਦੀ ਹੈ। ਹੁਣ ਪਤੀ ਪਤਨੀ ਨੂੰ ਆਪਸ ਵਿੱਚ ਲੜਨ ਦੇ ਵੱਖ-ਵੱਖ ਢੰਗ ਦੱਸਣ ਵਾਲੀਆਂ ਕਿਤਾਬਾਂ ਮਿਲਦੀਆਂ ਹਨ, ਜਿਨ੍ਹਾਂ ਨਾਲ ਪਤੀ ਪਤਨੀ ਆਪਸੀ ਲੜਾਈ ਨੂੰ ਮਨੋਰੰਜਨ ਬਣਾ ਸਕਦੇ ਹਨ। ਕਦੀ ਵੀ ਤਲਾਕ ਦੇਣ ਦੀ ਧਮਕੀ ਨਹੀਂ ਦੇਣੀ ਚਾਹੀਦੀ। ਇਸ ਨਾਲ ਰਿਸ਼ਤਾ ਵਿਗੜਦਾ ਹੈ ਅਤੇ ਵਿਸ਼ਵਾਸ ਅਤੇ ਭਰੋਸਾ ਫਿੱਕਾ ਪੈ ਜਾਂਦਾ ਹੈ। ਸ਼ਬਦਾਂ ਦੀ ਭਰਮਾਰ ਤੋਂ ਸਿੱਧ ਹੁੰਦਾ ਹੈ ਕਿ ਵਿਚਾਰ ਸਪਸ਼ਟ ਨਹੀਂ ਹਨ। ਮੈਂ ਉਦੋਂ ਹੀ ਵਰਤੋ ਜਦੋਂ ਆਪਣੀ ਗਲਤੀ ਮੰਨਣੀ ਹੋਵੇ ਅਤੇ ਕੋਈ ਵੱਡੀ ਜ਼ਿੰਮੇਵਾਰੀ ਚੁੱਕਣੀ ਹੋਵੇ। ਦਿਮਾਗ ਸਰੀਰ ਨੂੰ ਲੱਗੀ ਜੇਬ ਹੈ, ਜਿਸ ਵਿੱਚ ਅਸੀਂ ਸਾਰਾ ਜੀਵਨ ਤਰਕ ਪਾਉਂਦੇ ਕੱਢਦੇ ਰਹਿੰਦੇ ਹਾਂ। ਜੇ ਕਿਸੇ ਘਟਨਾ, ਵਿਅਕਤੀ, ਸਿਧਾਂਤ ਜਾਂ ਵਿਸ਼ਵਾਸ ਦੀ ਬਹੁਤ ਅਧਿਕ ਚੀਰ-ਫਾੜ ਕੀਤੀ ਜਾਵੇ ਤਾਂ ਉਸ ਵਿੱਚ ਦਿਲਚਸਪੀ ਵੱਧਦੀ ਨਹੀਂ ਘਟਦੀ ਹੈ। ਆਵਾਜ਼ ਦੀ ਵੀ ਖੁਸ਼ਬੂ ਹੁੰਦੀ ਹੈ, ਇਸੇ ਕਰਕੇ ਸੰਗੀਤ ਨਸ਼ਿਆਉਂਦਾ ਹੈ। ਇਕੱਲਿਆਂ ਅਸੀਂ ਕਹਿ ਹੀ ਸਕਦੇ ਹਾਂ, ਰਲ ਕੇ ਅਸੀਂ ਗੱਲਬਾਤ ਵੀ ਕਰ ਸਕਦੇ ਹਾਂ। ਇਕੱਲੇ ਅਸੀਂ ਮਾਣ ਹੀ ਸਕਦੇ ਹਾਂ, ਰਲ ਕੇ ਅਸੀਂ ਜਸ਼ਨ ਮਨਾ ਸਕਦੇ ਹਾਂ। ਇਕੱਲੇ ਅਸੀਂ ਮੁਸਕਰਾ ਹੀ ਸਕਦੇ ਹਾਂ, ਰਲ ਕੇ ਅਸੀਂ ਹੱਸ ਵੀ ਸਕਦੇ ਹਾਂ। ਕਿਸੇ ਚੀਜ਼ ਦੀ ਉਡੀਕ ਵੀ ਉਸ ਦੀ ਲਾਗਤ ਵਿੱਚ ਸ਼ਾਮਲ ਹੁੰਦੀ ਹੈ। ਜੇ ਤੁਸੀਂ 10 ਲੱਖ ਰੁਪਏ ਦੀ ਕਾਰ ਲਈ ਹੈ ਅਤੇ ਤੁਹਾਨੂੰ 3 ਸਾਲ ਬਚਤ ਕਰਨੀ ਪਈ ਹੈ, ਤਾਂ ਕਾਰ ਦੀ ਕੀਮਤ ਕੇਵਲ 10 ਲੱਖ ਰੁਪਏ ਨਹੀਂ, 3 ਸਾਲ ਦੀ ਉਡੀਕ ਅਤੇ 10 ਲੱਖ ਰੁਪਏ ਹੋਵੇਗੀ। ਕਦੇ ਸ਼ਰਤ ਨਾ ਲਾਓ। ਕਿਸੇ ਮੂਰਖ ਨਾਲ ਸ਼ਰਤ ਕਦੇ ਵੀ ਨਾ ਲਾਓ। ਉਹ ਹਾਰ ਕੇ ਵੀ ਜਿੱਤਣ ਦਾ ਹੀ ਦਾਅਵਾ ਕਰੇਗਾ ਅਤੇ ਤੁਹਾਡੇ ਜਿੱਤਣ ਤੇ ਤੁਹਾਨੂੰ ਬੇਈਮਾਨ ਹੀ ਸਾਬਤ ਕਰੇਗਾ। ਅਜਿਹੀਆਂ ਗੱਲਾਂ ਦੇ ਕੋਈ ਅਰਥ ਨਹੀਂ ਹੁੰਦੇ ਕਿ ਜੇ ਇਹ ਸਾਵਧਾਨੀਆਂ ਵਰਤੀਆਂ ਹੁੰਦੀਆਂ ਤਾਂ ਜ਼ਿੰਦਗੀ ਵਧੇਰੇ ਦਿਲਚਸਪ ਹੋਣੀ ਸੀ। ਬਾਕੀ ਦੀ ਜ਼ਿੰਦਗੀ ਲਈ ਸਾਵਧਾਨੀਆਂ ਵਰਤ ਕੇ ਵੇਖ ਲਓ। ਸੱਚ ਪਹਿਲੀ ਵਾਰ ਬੋਲਣਾ ਔਖਾ ਹੁੰਦਾ ਹੈ, ਫਿਰ ਸੱਚ ਬੋਲਣਾ ਹੋਰ ਸੌਖਾ ਹੋ ਜਾਂਦਾ ਹੈ। ਝੂਠ ਪਹਿਲੀ ਵਾਰ ਬੋਲਣਾ ਸੌਖਾ ਹੁੰਦਾ ਹੈ, ਫਿਰ ਮਗਰੋਂ ਇਹ ਹੋਰ ਔਖਾ ਹੋਈ ਜਾਂਦਾ ਹੈ। ਇੱਕ ਪੜਾਅ ਤੇ ਆ ਕੇ ਧਰਮ ਅਤੇ ਅੰਧ ਵਿਸ਼ਵਾਸ ਉਵੇਂ ਹੀ ਲੋਪ ਹੋ ਜਾਣਗੇ, ਜਿਵੇਂ ਬਲਬਾਂ ਟਿਊਬਾਂ ਦੇ ਪ੍ਰਚਲਿਤ ਹੋਣ ਨਾਲ ਦੀਵੇ, ਮੋਮਬੱਤੀਆਂ ਅਤੇ ਲੈਂਪ ਲੋਪ ਹੋ ਰਹੇ ਹਨ। ਤਰਕ ਨਾਲ ਕੇਵਲ ਤਰਕਸ਼ੀਲ ਵਿਅਕਤੀ ਪ੍ਰਭਾਵਿਤ ਹੁੰਦੇ ਹਨ। ਉਹੀ ਤਰਕ ਤੋਂ ਡਰਦੇ ਹਨ। ਧਾਰਮਿਕ ਲੋਕ ਤਰਕ ਦੀ ਪਰਵਾਹ ਨਹੀਂ ਕਰਦੇ। ਧਰਮ ਤਰਕ ਪ੍ਰਤੀ ਲਾਪਰਵਾਹ ਲੋਕਾਂ ਦੇ ਵਿਸ਼ਵਾਸ ਕਾਰਨ ਚੱਲਦੇ ਹਨ। ਵਿਚਾਰਾਂ ਅਤੇ ਭਾਵਨਾਵਾਂ ਦੇ ਖੇਤਰ ਵੱਖਰੇ ਵੱਖਰੇ ਹਨ, ਪਰ ਇਹ ਅਕਸਰ ਟਕਰਾਉਂਦੇ ਰਹਿੰਦੇ ਹਨ। ਲਿਖਣ ਦੇ ਨੇਮ ਹੁੰਦੇ ਹਨ, ਪਰ ਨੇਮਾਂ ਅਨੁਸਾਰ ਲਿਖਿਆ ਦਿਲਚਸਪ ਨਹੀਂ ਹੁੰਦਾ। ਜਦੋਂ ਤੱਕ ਕਵੀ ਜਾਂ ਲੇਖਕ ਲਿਖਣ ਦੇ ਪੱਖੋਂ ਖੁੱਲ੍ਹਾ ਨਾ ਲਵੇ, ਉਸ ਦੀ ਲਿਖਤ ਵਿੱਚ ਜਾਨ ਨਹੀਂ ਪੈਂਦੀ। ਕਲਾ ਵਿੱਚ ਸਿਧਾਂਤਾਂ ਦਾ ਕੋਈ ਅਰਥ ਨਹੀਂ ਹੁੰਦਾ, ਨੇਮਾਂ ਦਾ ਹੁੰਦਾ ਹੈ। ਸਕੂਲ ਵਿੱਚ ਕਾਨੂੰਨ ਲਾਗੂ ਨਹੀਂ ਹੁੰਦਾ, ਅਨੁਸ਼ਾਸਨ ਹੁੰਦਾ ਹੈ। ਜੇ ਕਵਿਤਾ ਬਹੁਤ ਲੰਮੀ ਹੋਵੇ ਤਾਂ ਉਸਦੇ ਕੁਝ ਅੰਗ ਹੀ ਪ੍ਰਸਿੱਧ ਹੋ ਸਕਦੇ ਹਨ। ਕਿਸੇ ਬਹੁਤ ਚੰਗੀ ਫਿਲਮ ਵਿੱਚ ਵੀ ਯਾਦਗਾਰੀ ਦ੍ਰਿਸ਼ 2-3 ਹੀ ਹੁੰਦੇ ਹਨ। ਕਈਆਂ ਦੀ ਗੱਲ ਸੁਣ ਕੇ ਉਹਨਾਂ ਦੀ ਮੂਰਖਤਾ ਤੇ ਸਾਡੇ ਕੰਨ ਹੱਸਣ ਅਤੇ ਸਾਡੀਆਂ ਅੱਖਾਂ ਰੋਣ ਲੱਗ ਪੈਂਦੀਆਂ ਹਨ। ਕਿਸੇ ਥਾਂ ਬਹੁਤੇ ਲੋਕ ਇਹ ਕਹਿ ਕੇ ਲਾਪਰਵਾਹ ਹੋ ਜਾਂਦੇ ਹਨ ਕਿ ਮੈਂ ਕਿਹੜਾ ਇੱਥੇ ਕਦੇ ਮੁੜ ਕੇ ਆਉਣਾ ਹੈ।
ਚੰਗੀ ਕਵਿਤਾ ਉਹ ਹੁੰਦੀ ਹੈ ਜਿਸ ਵਿੱਚ ਨਾ ਕੋਈ ਹੋਰ ਸ਼ਬਦ ਪਾਇਆ ਜਾ ਸਕੇ, ਨਾ ਕੱਢਿਆ ਜਾ ਸਕੇ, ਨਾ ਬਦਲਿਆ ਜਾ ਸਕੇ। ਕਿਸੇ ਸਦਾ ਲਈ ਵਿਛੜੇ ਜਾਂ ਦੂਰ ਗਏ ਪਿਆਰੇ ਨੂੰ ਯਾਦ ਕਰਕੇ ਇਕੱਲਿਆਂ ਰੋਣਾ ਸੁੱਖ ਦਿੰਦਾ ਹੈ, ਮਨ ਤੋਂ ਬੋਝ ਉਤਰਦਾ ਹੈ। ਕਿਸੇ ਰੋਂਦੇ ਨੂੰ ਵੇਖ ਕੇ ਰੋਣਾ ਸੌਖਾ ਹੋ ਜਾਂਦਾ ਹੈ, ਪਰ ਕਿਸੇ ਹੱਸਦੇ ਨੂੰ ਵੇਖ ਕੇ ਹੱਸਣਾ ਸੌਖਾ ਨਹੀਂ ਹੋ ਜਾਂਦਾ। ਜੇ ਡਾਂਗ ਚੱਲਦੀ ਹੋਵੇ ਤਾਂ ਤੰਗ ਥਾਂ ਵੱਲ ਦੌੜੋ, ਤੰਗ ਥਾਂ ਵਿੱਚ ਡਾਂਗ ਦਾ ਘੁੰਮਣਾ ਔਖਾ ਹੁੰਦਾ ਹੈ। ਨਾਂ ਬਦਲ ਗਏ ਹਨ, ਮੁਹੱਲਾ ਸੈਕਟਰ ਬਣ ਗਿਆ ਹੈ, ਪਿੰਡ ਕਲੋਨੀ ਅਤੇ ਮਿਲਣੀ ਮੀਟਿੰਗ ਬਣ ਗਈ ਹੈ। ਧਰਤੀ ਦੀ ਸਵੱਛਤਾ ਅਤੇ ਪਵਿੱਤਰਤਾ ਸੂਰਜ ਦੀ ਧੁੱਪ ਕਾਰਨ ਹੈ। ਪਿੰਡਾਂ ਵਿੱਚ ਸਭ ਤੋਂ ਸੁਰੱਖਿਅਤ ਘਰ ਸੁਨਿਆਰਾਂ ਦੇ ਹੁੰਦੇ ਸਨ, ਮੋੜਾਂ ਘੇੜਾਂ ਵਾਲੀ ਭੀੜੀ ਗਲੀ ਵਿੱਚ। ਪੁਰਾਣੇ ਜ਼ਮਾਨੇ ਵਿੱਚ ਪਿੰਡਾਂ ਵਿੱਚ ਨੀਵੀਆਂ ਜਾਤਾਂ ਦੇ ਘਰ ਦੱਖਣ ਵੱਲ ਹੋਣ ਦਾ ਰਿਵਾਜ ਰਿਹਾ ਹੈ। ਦੱਖਣ ਵੱਲ ਹਵਾ ਘੱਟ ਚੱਲਦੀ ਹੈ ਤਾਂ ਕਿ ਹਵਾ ਇਹਨਾਂ ਦੇ ਪਿੰਡਿਆਂ ਨੂੰ ਛੂਹ ਕੇ ਸਵਰਨ ਜਾਤੀਆਂ ਵੱਲ ਨਾ ਆਵੇ। ਨਾਲੀਆਂ ਦੀ ਢਲਾਣ ਵੀ ਦੱਖਣ ਵੱਲ ਰੱਖੀ ਜਾਂਦੀ ਰਹੀ ਹੈ। ਕੁਝ ਗੱਲਾਂ ਸਿਧਾਂਤਕ ਪੱਧਰ 'ਤੇ ਹੀ ਚੰਗੀਆਂ ਲੱਗਦੀਆਂ ਹਨ, ਯਥਾਰਥਕ ਪੱਧਰ 'ਤੇ ਇਹ ਗੱਲਾਂ ਸੰਭਵ ਹੀ ਨਹੀਂ ਹੁੰਦੀਆਂ, ਜਿਵੇਂ ਬਰਾਬਰੀ, ਸਮਾਜਿਕ ਨਿਆਂ ਅਤੇ ਇਸਤਰੀ ਦੀ ਸੁਤੰਤਰਤਾ। ਦਾਦੀ ਦੇ ਝੁਰੜੀਆਂ ਵਾਲੇ ਚਿਹਰੇ 'ਤੇ ਮੁਸਕਰਾਹਟ ਵਧੇਰੇ ਚਮਕਦੀ ਹੈ। ਪੁਰਾਣੇ ਜ਼ਮਾਨੇ ਵਿੱਚ ਵਲਦਾਰ ਗਲੀਆਂ ਲੂ ਤੋਂ ਬਚਾਉਂਦੀਆਂ ਸਨ। ਇਹ ਸੁਰੱਖਿਆ ਵੀ ਪ੍ਰਦਾਨ ਕਰਦੀਆਂ ਸਨ ਅਤੇ ਰਾਖੀ ਦੇ ਪੱਖੋਂ ਇਹ ਸ਼ਹਿਰ ਦਾ ਖੇਤਰਫਲ ਵੀ ਘਟਾਉਂਦੀਆਂ ਸਨ। ਪਿੰਡ ਵਿੱਚ 3 ਰੁੱਖ ਜ਼ਰੂਰੀ ਹੋਇਆ ਕਰਦੇ ਸਨ, ਨਿੰਮ, ਬਰੋਟਾ ਅਤੇ ਪਿੱਪਲ। ਕੁੜੀਆਂ ਨੂੰ ਮੁਟਿਆਰ ਹੋਣ ਦੀ ਸੋਝੀ ਮੁੰਡੇ ਦਿੰਦੇ ਹਨ। ਜਿਸ ਨੂੰ ਮੁਟਿਆਰ ਪਸੰਦ ਕਰੇ ਉਹ ਮੁੰਡਾ ਆਪਣੇ ਆਪ ਨੂੰ ਚੰਗਾ ਸਮਝਣ ਲੱਗ ਪੈਂਦਾ ਹੈ, ਸੋ ਮੁੰਡਿਆਂ ਨੂੰ ਚੰਗੇ ਹੋਣ ਬਣਨ ਦੀ ਸੋਝੀ ਕੁੜੀਆਂ ਦਿੰਦੀਆਂ ਹਨ। ਕਿਸੇ ਸੈਮੀਨਾਰ ਜਾਂ ਕਾਨਫਰੰਸ ਵਿੱਚ ਕਈ ਪ੍ਰਸ਼ਨ ਪੁੱਛਣ ਵਾਲਿਆਂ ਦਾ ਉਦੇਸ਼ ਉੱਤਰ ਜਾਣਨਾ ਨਹੀਂ ਹੁੰਦਾ, ਆਪਣੇ ਉੱਥੇ ਹੋਣ ਦਾ ਡੰਕਾ ਵਜਾਉਣਾ ਹੁੰਦਾ ਹੈ। ਉਦੇਸ਼ ਬੁਲਾਰੇ ਨੂੰ ਪਰੇਸ਼ਾਨ ਕਰਕੇ ਆਪਣਾ ਮਹੱਤਵ ਵਧਾਉਣਾ ਹੁੰਦਾ ਹੈ, ਮਨੋਰਥ ਖਲੋਤੇ ਨੂੰ ਡੇਗਣਾ ਹੁੰਦਾ ਹੈ। ਜੇ ਦਿਲ ਤਕੜਾ ਹੋਵੇ ਤਾਂ ਝਨਾ ਵੀ ਤੈਰਨੀ ਔਖੀ ਨਹੀਂ ਲੱਗਦੀ। ਸੰਕਟ ਵੇਲੇ ਵੱਡੇ ਆਗੂਆਂ ਦੀ ਚੁੱਪ ਪ੍ਰਵਾਨ ਪਸੰਦ ਨਹੀਂ ਕੀਤੀ ਜਾਂਦੀ। ਰਾਜਸੀ ਆਗੂਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ, ਚੋਣਾਂ ਜਿੱਤਣਾ। ਜਿਹੜੇ ਆਪਣੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਕਿਸੇ ਨੂੰ ਦੋਸ਼ ਨਹੀਂ ਦਿੰਦੇ, ਉਹ ਪੂਜਣਯੋਗ ਹੁੰਦੇ ਹਨ। ਰਹਿਣ ਨੂੰ ਤਾਂ ਮਨੁੱਖ ਸੰਸਾਰ ਵਿੱਚ ਕਿਧਰੇ ਵੀ ਰਹਿ ਸਕਦਾ ਹੈ, ਪਰ ਪ੍ਰਸੰਨ ਹੋ ਕੇ ਉਹ ਆਪਣੀ ਮਾਤਰ ਭੂਮੀ ਵਿੱਚ ਹੀ ਰਹਿੰਦਾ ਹੈ। ਕਈ ਗੱਲਾਂ ਤੋਂ ਮੁਕਰਨ ਵਾਸਤੇ ਜਿਤਨਾ ਹੌਸਲਾ ਚਾਹੀਦਾ ਹੁੰਦਾ ਹੈ, ਉਹ ਸਾਡੇ ਵਿੱਚ ਹੁੰਦਾ ਨਹੀਂ, ਜਿਸ ਕਾਰਨ ਸਾਡਾ ਝੂਠ ਫੜਿਆ ਜਾਂਦਾ ਹੈ ਅਤੇ ਸਾਨੂੰ ਹੋਰਾਂ ਸਾਹਮਣੇ ਸ਼ਰਮਸਾਰ ਹੋਣਾ ਪੈਂਦਾ ਹੈ। ਕਿਵੇਂ ਪਤਾ ਲੱਗੇ ਕਿ ਇਸਤਰੀ ਨਾਲ ਜਾ ਰਿਹਾ ਪੁਰਸ਼ ਉਸਦਾ ਪਤੀ ਹੈ ਕਿ ਕੋਈ ਹੋਰ ਹੈ? ਜੇ ਇਸਤਰੀ ਬੋਲ ਰਹੀ ਹੋਵੇ ਤਾਂ ਪਤੀ ਹੈ, ਜੇ ਇਸਤਰੀ ਸੁਣ ਰਹੀ ਹੋਵੇ ਤਾਂ ਕੋਈ ਹੋਰ ਹੈ। ਪੁਰਾਣੇ ਪਿੰਡਾਂ ਵਿੱਚ ਗਲੀਆਂ ਦੀ ਚੌੜਾਈ ਸਮਾਜਿਕ ਰੁਤਬੇ ਅਨੁਸਾਰ ਹੁੰਦੀ ਸੀ। ਜੱਟਾਂ ਦੇ ਘਰ ਮੁੱਕਦਿਆਂ ਹੀ ਗਲੀ ਤੰਗ ਹੋ ਜਾਂਦੀ ਸੀ। ਗਲੀ ਇਤਨੀ ਰੱਖੀ ਜਾਂਦੀ ਸੀ ਕਿ ਕੋਈ ਤੂੜੀ ਦੀ ਪੰਡ ਚੁੱਕ ਕੇ ਲੰਘ ਜਾਵੇ ਅਤੇ ਵੱਡੀ ਗਲੀ ਵਿੱਚੋਂ ਗੱਡਾ ਲੰਘ ਜਾਵੇ। ਪੰਜਾਬ ਦੇ ਬਹੁਤੇ ਪਿੰਡ ਭਾਈਚਾਰੇ ਵੱਲੋਂ ਤਾਨੇ ਮਿਹਣੇ ਮਾਰ ਕੇ ਜਾਂ ਡਾਂਗ ਦੇ ਜ਼ੋਰ ਨਾਲ ਖਦੇੜੇ ਗਏ ਲੋਕਾਂ ਵੱਲੋਂ ਬੰਨੇ ਜਾਂ ਵਸਾਏ ਗਏ ਸਨ। ਜਦੋਂ ਝਾੜ ਪਾਈ ਜਾਂਦੀ ਹੈ, ਪੈਂਦੀ ਹੈ, ਇਹ ਜਵਾਬ ਦੇਣ ਵਾਸਤੇ ਨਹੀਂ ਹੁੰਦੀ, ਚੁੱਪ ਕਰਕੇ ਸੁਣਨ, ਸਹਿਣ ਅਤੇ ਸਮਝਣ ਵਾਸਤੇ ਹੁੰਦੀ ਹੈ। ਕਿਸੇ ਸਰਕਾਰੀ ਸੰਗਠਨ ਜਾਂ ਅਦਾਰੇ ਨੂੰ ਵਿਕਸਿਤ ਕਰਨ ਲਈ ਅਮਲੇ ਦੀ ਭਰਤੀ ਕਰਨ ਦੇ ਫੈਸਲੇ ਹਾਂ ਪੱਖੀ ਹੁੰਦੇ ਹਨ, ਪਰ ਅਮਲੇ ਦੀ ਚੋਣ ਨਾ ਪੱਖੀ ਹੁੰਦੀ ਹੈ। ਬਹੁਤੇ ਅਯੋਗ ਅਤੇ ਸਿਫਾਰਸ਼ੀ ਰੱਖ ਲਏ ਜਾਂਦੇ ਹਨ ਅਤੇ ਅਦਾਰਾ ਵਿਕਾਸ ਕਰਨ ਦੀ ਥਾਂ ਨਿਗਰਨ ਲੱਗ ਪੈਂਦਾ ਹੈ।
ਸੋਹਣੀ ਇਸਤਰੀ ਹਜ਼ਾਰਾਂ ਅੱਖਾਂ ਵਾਲੀ ਸੁਰੰਗ ਵਿੱਚੋਂ ਲੰਘਦੀ ਹੈ। ਇਸਲਾਮ ਅਤੇ ਮੁਸਲਮਾਨ ਕਿੱਥੇ ਮਿਲਦੇ ਹਨ? ਇਸਲਾਮ ਕੁਰਾਨ ਵਿੱਚ ਅਤੇ ਮੁਸਲਮਾਨ ਕਬਰਸਤਾਨ ਵਿੱਚ। ਸਮੇਂ ਦੇ ਬੀਤਣ ਨਾਲ ਸਥਾਪਿਤ ਧਰਮ ਕੱਟੜ ਅਤੇ ਸੰਕੀਰਨ ਹੋਈ ਜਾਂਦੇ ਹਨ ਅਤੇ ਖੁੱਲ੍ਹਾਂ ਲੈਣ ਦੇਣ ਵਾਲੇ ਨਵੇਂ ਮਤ ਅਤੇ ਡੇਰੇ ਉੱਭਰਨ ਲੱਗ ਪੈਂਦੇ ਹਨ। ਜਿਨ੍ਹਾਂ ਨੇ ਔਖੀ ਜੱਦੋ-ਜਹਿਦ ਕੀਤੀ ਹੁੰਦੀ ਹੈ, ਸਫਲ ਹੋਣ ਮਗਰੋਂ ਪਿਛਲ ਝਾਤ ਵਿੱਚ ਉਹਨਾਂ ਨੂੰ ਜੱਦੋ-ਜਹਿਦ ਵਾਲਾ ਸਮਾਂ ਆਪਣੀ ਜ਼ਿੰਦਗੀ ਦਾ ਸੁੰਦਰ ਕਾਂਡ ਪ੍ਰਤੀਤ ਹੁੰਦਾ ਹੈ। ਮਸ਼ੀਨ ਦਾ ਡਿਸਿਪਲਨ ਮੰਨ ਕੇ ਹੀ ਉਸ ਤੋਂ ਕੰਮ ਲਿਆ ਜਾ ਸਕਦਾ ਹੈ। ਜੋ ਕੁਝ ਅਸੀਂ ਕਹਿੰਦੇ ਕਰਦੇ ਹਾਂ ਉਹ ਸਾਰਾ ਸਾਡਾ ਆਪਣਾ ਨਹੀਂ ਹੁੰਦਾ। ਸਾਡੇ ਅੰਦਰ ਵੜੇ ਹੋਏ ਅਨੇਕਾਂ ਬੰਦੇ ਸਾਡੇ ਤੋਂ ਬੁਲਵਾਉਂਦੇ ਕਰਵਾਉਂਦੇ ਹਨ। ਰਸਤਾ ਕੋਈ ਚੁਣ ਲਵੋ, ਤੁਰਨ ਵਿੱਚ ਸਮੱਸਿਆਵਾਂ ਆਉਣਗੀਆਂ। ਸਮੱਸਿਆਵਾਂ ਰਸਤੇ ਵਿੱਚ ਨਹੀਂ, ਸਾਡੇ ਵਿੱਚ ਹੁੰਦੀਆਂ ਹਨ। ਪਛਤਾਵੇ ਅਪਰਵਾਨਗੀ ਵਿੱਚੋਂ ਉਪਜਦੇ ਹਨ। ਪਛਤਾਵੇ ਅਪਰਵਾਨਗੀ ਵਿੱਚੋਂ ਉਪਜਦੇ ਹਨ। ਸੁਪਨਿਆਂ ਵਿੱਚ ਕੀਤੀਆਂ ਗਲਤੀਆਂ ਦੀ ਜਾਗਣ ਤੇ ਸਜ਼ਾ ਨਹੀਂ ਮਿਲਦੀ, ਕਿਉਂਕਿ ਸੁਪਨੇ ਵਿੱਚ ਸਜ਼ਾ ਭੁਗਤਦਿਆਂ ਹੀ ਸਾਡੀ ਜਾਗ ਖੁੱਲ੍ਹਦੀ ਹੈ। ਕਿਸੇ ਰਾਜਸੀ ਪਾਰਟੀ ਨਾਲ ਜੁੜ ਕੇ ਗਲਤ ਦੀ ਪ੍ਰਸ਼ੰਸਾ ਅਤੇ ਸਹੀ ਦੀ ਨਿੰਦਾ ਕਰਨੀ ਆਪੇ ਆ ਜਾਂਦੀ ਹੈ। ਇਸ ਤੋਂ ਬਿਨਾਂ ਪਾਰਟੀ ਚੱਲਦੀ ਨਹੀਂ। ਚੰਗਾ ਅਤੇ ਸਹੀ ਕੰਮ ਕਰਨ ਦੀ ਮੁਆਫ਼ੀ ਮੰਗੋ, ਪਤਨੀ ਅਤੇ ਵਿਰੋਧੀ ਪੀੜਤ ਮਹਿਸੂਸ ਕਰਨਗੇ। ਸਹੀ ਅਰਥਾਂ ਵਿੱਚ ਆਜ਼ਾਦ ਵਿਅਕਤੀ ਕਿਸੇ ਨਿਰਦਈ ਅਤੇ ਅਨਿਆਂਪੂਰਨ ਮੁਕਾਬਲੇ ਵਿੱਚ ਨਹੀਂ ਪੈਂਦਾ। ਭਾਵਨਾਵਾਂ ਤੋਂ ਅਭਿੱਜ ਠੰਡੇ ਦਿਲਾਂ ਵਾਲੇ ਲੋਕ ਵਧੇਰੇ ਯਥਾਰਥਵਾਦੀ ਹੋਣ ਕਾਰਨ ਮੋਹ ਅਤੇ ਮਮਤਾ ਤੋਂ ਕੋਰੇ ਹੁੰਦੇ ਹਨ। ਅਜਿਹੇ ਵਿਅਕਤੀਆਂ ਵਿੱਚ ਨਾ ਪਛਤਾਵਾ ਹੁੰਦਾ ਹੈ, ਨਾ ਆਸ ਹੁੰਦੀ ਹੈ। ਸਾਡੀ ਮਾਨਸਿਕ ਹਾਲਤ ਬਦਲਦੀ ਰਹਿੰਦੀ ਹੈ, ਜਿਸ ਕਾਰਨ ਸਾਡੀਆਂ ਤਰਜੀਹਾਂ ਅਤੇ ਸਾਡੇ ਸੱਚ ਝੂਠ ਦੀ ਕਿਸਮ ਵੀ ਬਦਲਦੀ ਰਹਿੰਦੀ ਹੈ। ਕਈ ਵਿਚਾਰ ਸਮੁੱਚੇ ਚਿੰਤਨ ਨੂੰ ਉਧਾਲ ਕੇ ਲੈ ਜਾਂਦੇ ਹਨ। ਅਪਰਾਧ ਸਮਾਜ ਵਿਚਲੇ ਵਿਅਕਤੀਆਂ ਦੇ ਗੁੱਸੇ ਦੇ ਸੂਚਕ ਹੁੰਦੇ ਹਨ। ਮਨੁੱਖ ਵੀ ਸਰਕਸੀ ਜੀਵ ਹੈ, ਪਰ ਇਹ ਪਿੰਜਰੇ ਤੋਂ ਬਾਹਰ ਹੈ। ਮਨੁੱਖ ਵੀ ਸਰਕਸੀ ਜੀਵ ਹੈ, ਪਰ ਇਹ ਪਿੰਜਰੇ ਤੋਂ ਬਾਹਰ ਹੈ। ਗਲਤੀ ਉਹ ਹੁੰਦੀ ਹੈ ਜਿਸ ਦੀ ਸਜ਼ਾ ਭੁਗਤਣੀ ਪੈਂਦੀ ਹੈ। ਅਣਗਹਿਲੀ ਨਾਲ ਸੱਟ ਲੱਗਦੀ ਹੈ। ਧਿਆਨ ਨਾਲ ਨਹੀਂ ਤੁਰੋਗੇ, ਸੱਟ ਲੱਗੇਗੀ। ਲਾਲ ਬੱਤੀ ਤੇ ਗਲਤ ਮੁੜੋਗੇ, ਚਲਾਨ ਕੱਟੇਗਾ। ਹਾਰ ਖਿੰਡੇ ਹੋਏ ਮਨੁੱਖ ਨੂੰ ਇਕਾਗਰ ਕਰਦੀ ਹੈ। ਉਹ ਅਗਲੀ ਵਾਰ ਜਿੱਤਣ ਬਾਰੇ ਸੋਚਣ ਲੱਗ ਪੈਂਦਾ ਹੈ। ਹਾਰ ਇਕਾਗਰ ਮਨੁੱਖ ਨੂੰ ਕਈ ਵਾਰ ਖਿੰਡਾ ਵੀ ਦਿੰਦੀ ਹੈ। ਉਹ ਪਿੜ ਹੀ ਛੱਡ ਜਾਂਦਾ ਹੈ। ਸਾਹਿਤ ਵਿੱਚ ਵਿਚਾਰ ਅਤੇ ਗਿਆਨ ਉਵੇਂ ਹੀ ਛੁਪੇ ਹੁੰਦੇ ਹਨ ਜਿਵੇਂ ਫਲਾਂ ਵਿੱਚ ਸਵਾਦ ਅਤੇ ਪੌਸ਼ਟਿਕਤਾ ਛੁਪੇ ਹੁੰਦੇ ਹਨ। ਸਾਡੇ ਜੀਵਨ ਵਿੱਚ ਸਾਹਿਤ ਅਤੇ ਫਲਾਂ ਦੀ ਭੂਮਿਕਾ ਇੱਕੋ ਜਿਹੀ ਹੁੰਦੀ ਹੈ। ਪਸ਼ੂ ਖਤਰੇ ਦੀ ਹਾਲਤ ਵਿੱਚ ਡਰਦੇ ਹਨ, ਉਂਝ ਇਹ ਸਭ ਪ੍ਰਕਾਰ ਦੇ ਪਛਤਾਵੇ ਅਤੇ ਤੌਖਲੇ ਤੋਂ ਮੁਕਤ ਹੁੰਦੇ ਹਨ। ਲੇਖਕ ਜੋ ਸੋਚਣਾ ਆਰੰਭ ਕਰਦਾ ਹੈ ਅਤੇ ਅੰਤਿਮ ਰੂਪ ਵਿੱਚ ਜੋ ਲਿਖਦਾ ਛਾਪਦਾ ਹੈ, ਉਸ ਵਿਚਕਾਰ ਬੜਾ ਕੁਝ ਵਾਪਰਦਾ ਹੈ। ਇਹਨਾਂ ਦੋਹਾਂ ਪੜਾਵਾਂ ਵਿੱਚ ਜਿਤਨਾ ਵੱਡਾ ਫਾਸਲਾ ਅਤੇ ਅੰਤਰ ਹੋਵੇਗਾ, ਉਹ ਰਚਨਾ ਉਤਨੀ ਵਧੇਰੇ ਦਿਲਚਸਪ ਹੋਵੇਗੀ ਅਤੇ ਵਧੇਰੇ ਤਸੱਲੀ ਦੇਵੇਗੀ। ਜਿਹੜੇ ਵਿਅਕਤੀ ਪਰਿਵਰਤਨ ਨੂੰ ਪਸੰਦ ਕਰਦੇ ਹਨ, ਉਹ ਸੰਸਾਰ ਨਾਲ ਵਧੇਰੇ ਇਕਸੁਰ ਹੁੰਦੇ ਹਨ। ਚੰਗੀ ਆਲੋਚਨਾ ਸਿਖਰ ਤੇ ਅਤੇ ਭੈੜੀ ਆਲੋਚਨਾ ਲੇਖਕ ਤੇ ਕੇਂਦਰਿਤ ਹੁੰਦੀ ਹੈ। ਚੰਗੀ ਆਲੋਚਨਾ ਲਿਖਤ ਤੇ ਅਤੇ ਭੈੜੀ ਆਲੋਚਨਾ ਲੇਖਕ ਤੇ ਕੇਂਦਰਿਤ ਹੁੰਦੀ ਹੈ। ਮਹਾਨ ਵਿਅਕਤੀ ਆਪਣੇ ਆਪ ਵਿੱਚ ਮਹਾਨ ਹੁੰਦੇ ਹਨ। ਉਹ ਕਿਸੇ ਦੀ ਤੁਲਨਾ ਵਿੱਚ ਮਹਾਨ ਨਹੀਂ ਹੁੰਦੇ। ਅਸੀਂ ਸੁਕਰਾਤ ਜਾਂ ਬੁੱਧ ਜਾਂ ਗਾਂਧੀ ਨੂੰ ਕਿਸੇ ਹੋਰ ਨਾਲ ਤੁਲਨਾਉਂਦੇ ਨਹੀਂ। ਵੱਡੇ ਬੰਦਿਆਂ ਨੂੰ ਕਿਸੇ ਇਨਾਮ ਸਨਮਾਨ ਦੀ ਪਰਵਾਹ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਦੇਣਾ ਹੀ ਦੇਣਾ ਹੁੰਦਾ ਹੈ, ਕੁਝ ਲੈਣਾ ਨਹੀਂ ਹੁੰਦਾ।
ਚੀਜ਼ਾਂ ਉਹ ਚੰਗੀਆਂ ਲੱਗਦੀਆਂ ਹਨ ਜਿਹੜੀਆਂ ਕਿਸੇ ਪੁਰਾਣੀ ਤਾਂਘ ਦੀ ਇੱਛਾ ਪੂਰਤੀ ਕਰਦੀਆਂ ਹਨ। ਕਿਸੇ ਦੀ ਬੇਇੱਜ਼ਤੀ ਹੋਰਾਂ ਨੂੰ ਦਿਖਾਉਣ ਲਈ ਹੁੰਦੀ ਹੈ, ਕਿਉਂਕਿ ਇਹ ਮੰਦਭਾਵਨਾ ਤੋਂ ਪ੍ਰੇਰਿਤ ਹੁੰਦੀ ਹੈ। ਕਈ ਪ੍ਰੇਮ ਵਿਆਹ ਕਰਵਾਉਣ ਨੂੰ ਇਨਕਲਾਬੀ ਕਦਮ ਦੱਸਦੇ ਹਨ। ਲੇਖਕ ਵਿਉਂਤ ਬਣਾ ਕੇ ਲਿਖਦਾ ਹੈ, ਪਾਠਕ ਵਿਉਂਤ ਤੋਂ ਬਿਨਾਂ ਪੜ੍ਹਦਾ ਹੈ, ਇਸ ਲਈ ਪਾਠਕ ਲੇਖਕ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡੇ ਦੇਸ਼ ਵਿੱਚ ਅਸਹਿਮਤੀ ਨੂੰ ਅਪਮਾਨ ਸਮਝਿਆ ਜਾਂਦਾ ਹੈ, ਪਰੰਤੂ ਜਦੋਂ ਵਿਅਕਤੀ ਅਸਹਿਮਤੀ ਦਾ ਸਤਿਕਾਰ ਕਰਨਾ ਸਿੱਖ ਲਵੇ, ਉਹ ਬਹੁਤ ਵੱਡੇ ਅਹੁਦੇ ਅਤੇ ਜ਼ਿੰਮੇਵਾਰੀ ਦੇ ਯੋਗ ਹੋ ਜਾਂਦਾ ਹੈ। ਸਥਾਪਤ ਹੋਇਆ ਲੇਖਕ ਭਾਸ਼ਾ ਨਾਲ ਖੁੱਲ੍ਹਾ ਲੈਣ ਲੱਗ ਪੈਂਦਾ ਹੈ। ਵਿਚਾਰਾਂ ਨਾਲ ਉਹ ਪਹਿਲਾਂ ਹੀ ਖੁੱਲ੍ਹਾ ਮਾਣ ਰਿਹਾ ਹੁੰਦਾ ਹੈ। ਅਕੇਮਾ ਕਦੇ ਸੋਹਣਾ ਨਹੀਂ ਹੁੰਦਾ, ਦਿਲਚਸਪੀ ਕਦੇ ਕੋਝੀ ਨਹੀਂ ਹੁੰਦੀ। ਹਰ ਰਾਏ ਕਿਸੇ ਹੋਰ ਦੀ ਰਾਏ ਦੇ ਵਿਰੋਧ ਵਿੱਚ ਹੁੰਦੀ ਹੈ। ਹੈਰਾਨੀ ਦੀ ਉਮਰ ਲੰਮੀ ਨਹੀਂ ਹੁੰਦੀ। ਅੰਗਰੇਜ਼ ਹਮੇਸ਼ਾ ਜਿਲਦ ਵਾਲੀ ਕਿਤਾਬ ਖਰੀਦਦੇ ਸਨ, ਟੋਪ ਤੋਂ ਬਿਨਾਂ ਬਾਹਰ ਨਹੀਂ ਜਾਂਦੇ ਸਨ, ਦੁਕਾਨ ਤੋਂ ਵਾਪਸ ਮਿਲੀ ਭਾਣ ਗਿਣਦੇ ਨਹੀਂ ਸਨ। ਇਹ ਉਹਨਾਂ ਵੱਲੋਂ ਹਾਕਮ ਦਿਸਣ ਦੇ ਢੰਗ ਸਨ। ਸੋਹਣੀ ਇਸਤਰੀ ਦੇ ਚਿਹਰੇ ਤੋਂ ਨਜ਼ਰ ਤਿਲਕ ਤਿਲਕ ਜਾਂਦੀ ਹੈ। ਕੰਮ ਹੁੰਦਾ ਹੈ, ਔਖਾ ਵੀ ਸੌਖਾ ਵੀ। ਭਾਵਨਾਵਾਂ ਤਰਕ ਦੇ ਅਧੀਨ ਨਹੀਂ, ਤਰਕ ਭਾਵਨਾਵਾਂ ਦੇ ਅਧੀਨ ਹੁੰਦਾ ਹੈ। ਕਿਸੇ ਚੀਜ਼ ਦੀ ਅਸੀਂ ਪਹਿਲਾਂ ਇੱਛਾ ਕਰਦੇ ਹਾਂ, ਜਿਹੜੀ ਸੰਭਾਵਨਾ ਬਣ ਜਾਂਦੀ ਹੈ, ਅਤੇ ਵਕਤ ਪਾ ਕੇ ਇਹੀ ਸੰਭਾਵਨਾ ਲੋੜ ਬਣ ਜਾਂਦੀ ਹੈ। ਜਿਉਂ-ਜਿਉਂ ਸਰੀਰ ਨੂੰ ਵੱਧ ਵਰਤਿਆ ਜਾਂਦਾ ਹੈ, ਤਿਉਂ-ਤਿਉਂ ਦਿਮਾਗ ਨੂੰ ਵਧੇਰੇ ਸ਼ਕਤੀ ਅਤੇ ਆਰਾਮ ਮਿਲਦਾ ਹੈ। ਕਸਰਤ ਨਾਲ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਦਿਮਾਗ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਦੇ ਸ਼ਬਦਾਂ ਅਤੇ ਵਿਸ਼ੇਸ਼ਣਾਂ ਵਿੱਚ ਤਾਲਮੇਲ ਨਹੀਂ ਹੁੰਦਾ, ਉਹਨਾਂ ਨੂੰ ਅਸੀਂ ਧਿਆਨ ਨਾਲ ਨਹੀਂ ਸੁਣਦੇ। ਪਿਆਰ ਕਰਨ ਦੀ ਆਦਤ ਨਹੀਂ ਹੁੰਦੀ, ਆਦਤ ਪਸੰਦ ਕਰਨ ਦੀ ਹੁੰਦੀ ਹੈ। ਪਸੰਦ ਨੂੰ ਪਿਆਰ ਵਿੱਚ ਬਦਲਣ ਦਾ ਉਪਰਾਲਾ ਕਰਨਾ ਪੈਂਦਾ ਹੈ। ਗੰਭੀਰ ਧਮਕੀਆਂ ਸੰਖੇਪ ਹੁੰਦੀਆਂ ਹਨ, ਵਿਸਥਾਰ ਵਿੱਚ ਦਿੱਤੀਆਂ ਧਮਕੀਆਂ ਦਮਗਜੇ ਹੁੰਦੇ ਹਨ। ਸਾਰੇ ਸੈਂਟ ਸੁਤੰਤਰ ਹੁੰਦੇ ਹਨ, ਕੋਈ ਸੈਂਟ ਕਿਸੇ ਹੋਰ ਸੈਂਟ ਨਾਲ ਸਮਝੌਤਾ ਨਹੀਂ ਕਰਦਾ। ਸਮੇਂ ਦੀ ਕੋਈ ਵੀ ਮਿਆਦ ਸਾਰੇ ਪਿਆਰ ਨੂੰ ਆਪਣੇ ਕਲਾਵੇ ਵਿੱਚ ਨਹੀਂ ਲੈ ਸਕਦੀ, ਜਿਸ ਕਾਰਨ ਪ੍ਰੇਮੀ ਪ੍ਰੇਮਿਕਾ ਦੋਵੇਂ ਸਦੀਵੀ ਪਿਆਰ ਦੀਆਂ ਗੱਲਾਂ ਕਰਦੇ ਹਨ। ਨਿਮਰਤਾ ਆਪਣੇ ਆਪ ਨੂੰ ਦੂਜੇ ਨਾਲੋਂ ਘੱਟ ਮਹੱਤਵਪੂਰਨ ਸਮਝਣ ਦਾ ਪ੍ਰਗਟਾਵਾ ਹੁੰਦੀ ਹੈ। ਸੁਤੰਤਰਤਾ ਦਾ ਭਾਵ ਹੈ ਮੈਂ ਤੁਹਾਡੇ ਤੋਂ ਵੱਖਰਾ ਹਾਂ। ਨਿਮਰਤਾ ਵਿੱਚ ਦੂਜੇ ਦਾ ਧਿਆਨ ਰੱਖਣ ਦੀ ਬਿਰਤੀ ਹੁੰਦੀ ਹੈ। ਇਨਕਲਾਬ ਅਕਸਰ ਇੱਕ ਸਦੀ ਤੋਂ ਉਡੀਕੇ ਜਾ ਰਹੇ ਪਰਿਵਰਤਨ ਨੂੰ 2 ਸਾਲਾਂ ਵਿੱਚ ਲਿਆ ਵਿਖਾਉਣਾ ਹੈ ਅਤੇ 5 ਸਦੀਆਂ ਦੀ ਕਲਾਤਮਕ ਅਤੇ ਸੁਹਜਾਤਮਕ ਪ੍ਰਾਪਤੀਆਂ ਨੂੰ 1 ਸਾਲ ਵਿੱਚ ਮੇਟ ਵੀ ਦਿੰਦਾ ਹੈ। ਕੱਪੜੇ ਸ਼ਰੀਫ ਅਤੇ ਸਿਆਣੇ ਵਿਖਾਈ ਦੇਣ ਵਿੱਚ ਸਹਾਈ ਹੁੰਦੇ ਹਨ। ਦਿਲਚਸਪੀ ਨਾਲ ਭੋਜਨ ਖਾਣ ਵਾਲੇ ਸੁਹਿਰਦ ਹੁੰਦੇ ਹਨ। ਝੂਠਾ ਛੱਡਣ ਵਾਲੇ ਸਾਊ, ਸ਼ਰੀਫ ਅਤੇ ਸਿਆਣੇ ਨਹੀਂ ਹੁੰਦੇ। ਜਦੋਂ ਵਿਅਕਤੀ ਅੰਦਰਲੀ ਗੱਲ ਸਮਝ ਜਾਂਦਾ ਹੈ ਤਾਂ ਉਹ ਚੁੱਪ ਹੋ ਜਾਂਦਾ ਹੈ। ਬਹੁਤ ਭਾਵੁਕ ਵਿਅਕਤੀਆਂ ਲਈ ਹਰੇਕ ਗੱਲ ਇੱਕ ਸਮੱਸਿਆ ਹੁੰਦੀ ਹੈ। ਜੇ ਤੁਹਾਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ ਤਾਂ ਪਿਆਰ ਆਪ ਹੀ ਆਪਣਾ ਰਸਤਾ ਬਣਾਏਗਾ। ਤੁਸੀਂ ਦਖਲ ਨਹੀਂ ਦੇ ਸਕਦੇ। ਜੇ ਦਖਲ ਦਿੰਦੇ ਹੋ ਤਾਂ ਇਹ ਤੁਹਾਡਾ ਪਹਿਲਾ ਪਿਆਰ ਨਹੀਂ ਹੋਵੇਗਾ। ਫੈਸ਼ਨਦਾਰ ਇਸਤਰੀ ਨਾ ਕਿਸੇ ਨੂੰ ਬਹੁਤਾ ਨੇੜੇ ਆਉਣ ਦਿੰਦੀ ਹੈ, ਨਾ ਕਿਸੇ ਦੇ ਬਹੁਤਾ ਨੇੜੇ ਜਾਂਦੀ ਹੈ। ਉਹ ਆਉਂਦੀ ਜਾਂਦੀ ਹੀ ਪ੍ਰਭਾਵਿਤ ਕਰਦੀ ਹੈ। ਛੜੇ 2 ਪ੍ਰਕਾਰ ਦੇ ਹੁੰਦੇ ਹਨ, ਵਿਆਹਿਆਂ ਨੂੰ ਵੇਖ ਕੇ ਆਪਣੀ ਕਿਸਮਤ 'ਤੇ ਝੁਰਨ ਵਾਲੇ ਅਤੇ ਵਿਆਹਿਆਂ 'ਤੇ ਤਰਸ ਖਾਣ ਵਾਲੇ।
ਫੈਸ਼ਨ ਦਾ ਸੰਬੰਧ ਰੋਸ਼ਨੀ ਨਾਲ ਹੁੰਦਾ ਹੈ। ਰੋਸ਼ਨੀ ਕਿਹੋ ਜਿਹੀ ਹੋਵੇਗੀ, ਲੋਕ ਕਿਤਨੇ, ਕੌਣ ਅਤੇ ਕਿਹੋ ਜਿਹੇ ਹੋਣਗੇ, ਕਿਤਨਾ ਚਿਰ ਵੇਖਣਗੇ, ਇਹ ਸਾਰੇ ਪੱਖ ਇਸਤਰੀ ਦੇ ਕੱਪੜਿਆਂ, ਗਹਿਣਿਆਂ, ਸ਼ਿੰਗਾਰ ਅਤੇ ਤਿਆਰ ਹੋਣ ਦਾ ਨਿਰਣਾ ਕਰਦੇ ਹਨ। ਮੁੱਢ ਵਿੱਚ ਅਸੀਂ ਕਿਸੇ ਦੇ ਨੈਣ ਨਕਸ਼ ਅਤੇ ਕੱਪੜੇ ਵੇਖ ਕੇ ਵਿਹਾਰ ਕਰਦੇ ਹਾਂ। ਉਹ ਜਦੋਂ ਬੋਲਦਾ ਹੈ ਤਾਂ ਉਸਦੀ ਦਿਮਾਗੀ ਪੱਧਰ ਦਾ ਪਤਾ ਲੱਗਣ 'ਤੇ ਸਾਡਾ ਵਿਹਾਰ ਬਦਲ ਜਾਂਦਾ ਹੈ। ਸੁਪਨੇ ਸੰਬੰਧੀ ਸਮੱਸਿਆ ਇਹ ਹੁੰਦੀ ਹੈ ਕਿ ਇਸ ਦਾ ਯਥਾਰਥ ਨਾਲ ਸੰਬੰਧ ਕਿਵੇਂ ਜੋੜਿਆ ਜਾਵੇ। ਸਾਡੇ ਚਹੇਤੇ ਵਿਚਾਰ ਸਾਡੀਆਂ ਸੋਚਾਂ ਵਿੱਚ ਬਹਿ ਜਾਂਦੇ ਹਨ। ਜਿਨ੍ਹਾਂ ਵਿਚਾਰਾਂ ਨਾਲ ਅਸੀਂ ਸਹਿਮਤ ਨਹੀਂ ਹੁੰਦੇ, ਉਹਨਾਂ ਨੂੰ ਅਸੀਂ ਬਾਹਰੋਂ ਹੀ ਵਿਦਾ ਕਰ ਦਿੰਦੇ ਹਾਂ। ਜਿਹੜਾ ਕੇਵਲ ਉਤੇਜਿਤ ਕਰਦਾ ਹੈ, ਪ੍ਰਭਾਵਿਤ ਨਹੀਂ ਕਰਦਾ, ਉਹ ਮੁੱਲਵਾਨ ਅਤੇ ਲਾਭਕਾਰੀ ਨਹੀਂ ਹੁੰਦਾ। ਧਰਮ ਵੀ ਮਨੁੱਖ ਦੀਆਂ ਹੋਰ ਲੋੜਾਂ ਵਰਗੀ ਇੱਕ ਲੋੜ ਹੈ। ਤੱਥਾਂ ਨੂੰ ਨਾ ਮੰਨਣਾ ਮਨ ਦੀ ਸੁਤੰਤਰਤਾ ਦੀ ਨਿਸ਼ਾਨੀ ਵੀ ਹੈ ਅਤੇ ਮੂਰਖਤਾ ਵੀ। ਆਦਰਸ਼ਵਾਦ ਜੋ ਦਿਸਦਾ ਹੈ ਉਹ ਮਾਇਆ ਹੈ, ਭੁਲੇਖਾ ਹੈ। ਯਥਾਰਥਵਾਦ ਜੋ ਦਿਸ ਰਿਹਾ ਹੈ, ਪ੍ਰਤੱਖ ਹੈ, ਉਹੀ ਯਥਾਰਥ ਹੈ। ਮਨੁੱਖ ਸੋਚਣ ਵੇਲੇ ਹੀ ਪਸ਼ੂਆਂ ਤੋਂ ਵੱਖਰਾ ਹੁੰਦਾ ਹੈ, ਪਰ ਮਨੁੱਖ ਸੋਚਦਾ ਕਦੇ-ਕਦੇ ਹੀ ਹੈ। ਵਿਹਾਰ ਦੇ ਪੱਖੋਂ ਅਕਸਰ ਪਸ਼ੂ ਮਨੁੱਖ ਤੋਂ ਬਿਹਤਰ ਹੁੰਦੇ ਹਨ। ਕੌਣ ਵਧੇਰੇ ਆਨੰਦ ਮਾਣਦਾ ਹੈ, ਬੱਚਤ ਕਰਨ ਵਾਲਾ ਜਾਂ ਖੁੱਲ੍ਹਾ ਖਰਚਣ ਵਾਲਾ? ਤੁਹਾਡੇ ਜਵਾਬ ਤੋਂ ਪਤਾ ਲੱਗੇਗਾ ਕਿ ਤੁਸੀਂ ਕੀ ਹੋ। ਸੂਰਜ ਨਿਕਲਣ ਨਾਲ ਚੀਜ਼ਾਂ, ਵਸਤਾਂ, ਚਿਹਰੇ ਹੀ ਸਾਫ਼ ਦਿਸਣ ਨਹੀਂ ਲੱਗ ਜਾਂਦੇ, ਵਿਚਾਰ ਵੀ ਸਪਸ਼ਟ ਹੋ ਜਾਂਦੇ ਹਨ। ਦੋਸਤਾਂ ਦੀ ਚੋਣ ਵਿੱਚ ਸਬੱਬ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਪਰ ਜੀਵਨ ਸਾਥੀ ਦੀ ਚੋਣ ਵਿੱਚ ਸਾਡੇ ਵਿਸ਼ਵਾਸ, ਲੋੜਾਂ, ਉਮੀਦਾਂ ਅਤੇ ਸੁਪਨੇ ਫੈਸਲਾ ਕਰਦੇ ਹਨ। ਹਰ ਸਮੱਸਿਆ ਰੁਕਾਵਟ ਵੀ ਹੁੰਦੀ ਹੈ ਅਤੇ ਰਾਹ ਵੀ ਵਿਖਾਉਂਦੀ ਹੈ। ਤੁਹਾਡੀ ਪਹੁੰਚ ਦੱਸੇਗੀ ਕਿ ਉਹ ਰੁਕਾਵਟ ਹੈ ਕਿ ਅਵਸਰ ਹੈ। ਨੋਟਬੰਦੀ ਵਾਂਗ ਜਿਹੜੀ ਸਮੱਸਿਆ ਜ਼ਿੰਦਗੀ ਵਿੱਚ ਇੱਕ ਵਾਰੀ ਵਾਪਰਦੀ ਹੈ, ਉਸ ਦੀ ਨਾ ਸਿਖਲਾਈ ਦਿੱਤੀ ਜਾ ਸਕਦੀ ਹੈ, ਨਾ ਉਸ ਬਾਰੇ ਕਿਸੇ ਪ੍ਰਕਾਰ ਦਾ ਮੁਕੰਮਲ ਯੋਗ ਪ੍ਰਬੰਧ ਕੀਤਾ ਜਾ ਸਕਦਾ ਹੈ। ਪਰਮਾਤਮਾ ਦੀ ਦਿਲਚਸਪੀ ਨਵੇਂ ਮਨੁੱਖ ਅਤੇ ਜੀਵ ਬਣਾਉਣ ਵਿੱਚ ਹੈ, ਬਣਾਇਆ ਨੂੰ ਹਮੇਸ਼ਾ ਵਾਸਤੇ ਸਾਂਭਣ ਸੰਭਾਲਣ ਵਿੱਚ ਨਹੀਂ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।